वाहिगुरु जी का खालसा वाहिगुरु जी की फतेह। गुरु प्यारी गुरु सवारी साध संगत, आप शाम की ऑनलाइन गुरुमत क्लास में जुड़ चुके हो। सतगुਰਾਂ ਦੀ ਦਇਆ ਸਦਕਾ ਆਪਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਸੰਥਿਆ ਅਤੇ ਵਿਚਾਰ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ। ਸਤਿਗੁਰਾਂ ਦੀ ਦਇਆ ਸਦਕਾ ਆਪਾਂ ਇਸ ਬਾਣੀ ਦੇ 14 ਅਸ਼ਟਪਦੀਆਂ ਸਮੇਤ ਸ਼ਲੋਕਾਂ ਸੰਪੂਰਨ ਕਰ ਲਈਆਂ ਨੇ। ਕੱਲ ਆਪਾਂ ਵਾਹਿਗੁਰੂ ਹਾਂਜੀ 13 ਅਸ਼ਟਪਦੀਆਂ ਸਮੇਤ ਸ਼ਲੋਕਾਂ ਦੇ ਸੰਪੂਰਨ ਕਰ ਲਈਆਂ ਨੇ। ਕੱਲ ਆਪਾਂ 14ਵੀਂ ਅਸ਼ਟਪਦੀ ਸਰੂਪ ਦੇ ਨਾਲ ਆਰੰਭ ਕੀਤੀ ਸੀ। 4 ਪਦੇ ਆਪਾਂ ਸੰਪੂਰਨ ਕਰ ਲਏ ਨੇ। ਅੱਜ ਆਪਾਂ 5ਵਾਂ ਪਦਾ ਜੋ ਆਪ ਜੀ ਦੀ ਸਕਰੀਨ ਉੱਪਰ ਹੈ 14ਵੀਂ ਅਸ਼ਟਪਦੀ ਦਾ, ਇੱਥੋਂ ਆਪਾਂ ਅੱਜ ਜੋ ਸੰਥਿਆ ਤੇ ਵਿਚਾਰ ਹੈ ਉਹ ਆਰੰਭ ਕਰਨੀ ਹੈ। ਸੋ ਆਪ ਜਿੰਨੇ ਵੀ ਸੰਗਤ ਜੁੜ ਚੁੱਕੇ ਹੋ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਧਰੀਏ ਤੇ ਇਸ ਪਾਵਨ ਬਾਣੀ ਦੀ ਸੰਥਿਆ ਆਰੰਭ ਕਰੀਏ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਧ ਸੰਗਤ। ਸਤਿਗੁਰਾਂ ਨੇ ਕੱਲ ਸ਼ਲੋਕ ਦੇ ਅੰਦਰ ਕਿਹਾ ਸੀ ਕਿ ਇੱਕ ਪਰਮੇਸ਼ਰ ਵਾਹਿਗੁਰੂ ਦੀ ਆਸ ਰੱਖੋ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਤੇ ਮਹਾਰਾਜ ਨੇ ਸਮੁੱਚੀ ਅਸ਼ਟਪਦੀ ਦੇ ਵਿੱਚ ਸਾਨੂੰ ਇੱਕ ਪਰਮੇਸ਼ਰ ਉੱਤੇ ਆਸ ਰੱਖਣ ਲਈ ਪ੍ਰੇਰਿਆ ਹੈ ਤੇ ਸਾਨੂੰ ਸਮਝਾਇਆ ਕਿ ਕਿਵੇਂ ਉਸ ਪਰਮੇਸ਼ਰ ਦੇ ਉੱਤੇ ਆਸ ਰੱਖੀ ਜਾ ਸਕਦੀ ਹੈ, ਕਿਵੇਂ ਉਹ ਸਾਰੇ ਜਗਤ ਨੂੰ ਚਲਾ ਰਿਹਾ ਹੈ। ਸਤਿਗੁਰੂ ਜੀ ਵਿਸਥਾਰ ਦੇ ਨਾਲ ਬਖਸ਼ਿਸ਼ ਸਤਿਗੁਰੂ ਕਰ ਰਹੇ ਨੇ। ਅੱਜ ਸਤਿਗੁਰੂ ਕੀ ਬਖਸ਼ਿਸ਼ਾਂ ਕਰਦੇ ਨੇ, ਆਓ ਆਪਾਂ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਸ ਕਉ ਹਰਿ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਕਉ ਜਿਸ ਨੂੰ ਹਰ ਭਾਵ ਉਹ ਹਰੀ ਵਾਹਿਗੁਰੂ ਪਰਮੇਸ਼ਰ ਜਿਹਦੇ ਚੇਤੇ ਵਿੱਚ ਆ ਜਾਵੇ, ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਮਨ 'ਚ ਚੇਤੇ 'ਚ ਵਸ ਜਾਵੇ ਪਰਮੇਸ਼ਰ, ਮਨ ਦੇ ਵਿੱਚ ਵੀ ਵਸੇ ਚੇਤੇ ਦੇ ਵਿੱਚ ਵੀ ਵਸੇ। ਇਹ ਨਹੀਂ ਕਿ ਮਨੁੱਖ ਭੁੱਲ ਜਾਵੇ, ਜਦੋਂ ਗੁਰਦੁਆਰੇ ਆਵੇ ਉਦੋਂ ਹੀ ਵਾਹਿਗੁਰੂ ਨੂੰ ਯਾਦ ਕਰੇ ਤੇ ਬਾਹਰ ਜਾ ਕੇ ਭੁੱਲ ਜਾਵੇ, ਚੇਤੇ 'ਚ ਵਸਾਵੇ ਪਰਮੇਸ਼ਰ ਨੂੰ ਹਰੀ। ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਫਿਰ ਪ੍ਰਾਪਤ ਕੀ ਹੈ? ਸੋ ਸੰਤ ਸੁਹੇਲਾ ਨਹੀਂ ਡਲਾਵੇ। ਉਹ ਮਨੁੱਖ ਸੰਤ ਬਣ ਜਾਂਦਾ ਹੈ। ਸੋ ਸੰਤ ਸੁਹੇਲਾ ਸੁਖੀ ਹੋ ਜਾਂਦਾ ਹੈ, ਨਹੀਂ ਡੁਲਾਵੇ, ਫਿਰ ਉਹਦਾ ਮਨ ਨਹੀਂ ਡੋਲਦਾ। ਉਹ ਕਦੀ ਨਹੀਂ ਡੋਲਦਾ ਜਿਹੜਾ ਪਰਮੇਸ਼ਰ ਨੂੰ ਮਨ ਤੇ ਚਿੱਤ 'ਚ ਵਸਾਉਂਦਾ ਹੈ। ਉਹ ਸੰਤ ਦੀ ਉਪਾਧੀ ਧਾਰਨ ਕਰਦਾ ਹੈ, ਸੁਹੇਲਾ ਹੋ ਜਾਂਦਾ ਹੈ, ਸੁਖੀ ਹੋ ਜਾਂਦਾ ਹੈ, ਤੇ ਉਹਦਾ ਮਨ ਕਦੀ ਨਹੀਂ ਡੋਲਦਾ। ਐਸੀ ਸਤਿਗੁਰੂ ਉਹਦੇ ਉੱਤੇ ਬਖਸ਼ਿਸ਼ ਕਰਦੇ ਆ, ਐਸੀ ਵਾਹਿਗੁਰੂ ਬਖਸ਼ਿਸ਼ ਕਰਦਾ ਉਹਨਾਂ ਉੱਤੇ, ਉਹਨਾਂ ਦਾ ਮਨ ਟਿਕ ਜਾਂਦਾ ਹੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜਿਸ ਸੇਵਕ ਦੇ ਉੱਤੇ ਉਸ ਦਾ ਸਾਹਿਬ ਆਪਣਾ ਪਰਮੇਸ਼ਰ ਵਾਹਿਗੁਰੂ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਜਿਸ ਦੇ ਉੱਤੇ ਉਹ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ, ਸੋ ਸੇਵਕ ਕਹੋ ਕਿਸ ਤੇ ਡਰੇ। ਉਹਨੂੰ ਕਿਸੇ ਦਾ ਡਰ ਹੋ ਸਕਦਾ ਨਹੀਂ। ਜਿਹਦੇ ਉੱਤੇ ਅਕਾਲ ਪੁਰਖ ਪਰਮੇਸ਼ਰ ਸਤਿਗੁਰੂ ਕਿਰਪਾ ਦਾ ਹੱਥ ਆਪਣੇ ਰੱਖ ਦੇਵੇ, ਜਿਹੜਾ ਉਹਦੀ ਸੇਵਾ ਕਰਦਾ ਉਹਦੇ ਉੱਤੇ ਰੱਖਦਾ, ਹਰ ਕਿਸੇ ਦੇ ਉੱਤੇ ਨਹੀਂ, ਹਰ ਕਿਸੇ ਦੇ ਨਹੀਂ। ਬਾਕੀਆਂ ਨੂੰ ਕਰਮਾਂ ਦੇ ਹਿਸਾਬ ਨਾਲ ਦਿੰਦਾ, ਪਰ ਆਪਣੇ ਸੇਵਕ ਨੂੰ ਉਹ ਖੁੱਲੇ ਗੱਫੇ ਦਿੰਦਾ। ਸੋ ਸੇਵਕ ਉਹ ਕਿਸ ਤੇ ਡਰੇ। ਮਹਾਰਾਜ ਕਹਿੰਦਾ ਉਹ ਫਿਰ ਡਰਦਾ ਨਹੀਂ ਕਿਸੇ ਤੋਂ, ਫਿਰ ਉਹ ਖੜ ਜਾਂਦਾ ਹੈ। ਜੇ ਕਿਸੇ ਨਾਲ ਵਧੀਕੀ ਹੁੰਦੀ ਉੱਥੇ ਵੀ ਖੜਦਾ ਹੈ। ਜੇ ਕੋਈ ਕਿਸੇ ਨੂੰ ਮਾੜਾ ਕਹਿੰਦਾ ਹੈ ਉਹਦਾ ਡਟ ਕੇ ਵਿਰੋਧ ਕਰਦਾ ਹੈ। ਉਹ ਫਿਰ ਕਿਸੇ ਤੋਂ ਡਰਦਾ ਨਹੀਂ ਜਿਹਦੇ ਉੱਤੇ ਪਰਮੇਸ਼ਰ ਕਿਰਪਾ ਕਰਦਾ। ਸੋ ਸੇਵਕ ਉਹ ਕਿਸ ਤੇ ਡਰੇ। ਕਿਵੇਂ ਡਰ ਸਕਦਾ ਕਿ ਸੇਵਕ ਕਿਸੇ ਤੋਂ ਨਹੀਂ ਡਰਦਾ? ਪਰਮੇਸ਼ਰ ਦਾ ਸੇਵਕ ਨਹੀਂ ਡਰਦਾ ਕਿਸੇ ਤੋਂ। ਉਹ ਗੱਲ ਕਹਿਣ ਲੱਗਿਆ ਝਿਜਕ ਨਹੀਂ ਕਰਦਾ। ਜੇ ਮਾੜਾ ਹੋ ਰਿਹਾ ਮਾੜੇ ਨੂੰ ਮਾੜਾ ਕਹਿੰਦਾ, ਚੰਗਾ ਹੋ ਰਿਹਾ ਤੇ ਉਹਦੀ ਸਲਾਹੁਤਾ ਕਰਦਾ। ਕਿਉਂ? ਕਿਉਂਕਿ ਉਹਨੂੰ ਡਰ ਭੈ ਨਹੀਂ ਹੁੰਦਾ ਕਿਸੇ ਦਾ। ਪਰਮੇਸ਼ਰ ਨਿਰਭਉ ਹੈ ਤੇ ਉਹਦਾ ਸੇਵਕ ਜਿਹੜਾ ਉਹ ਵੀ ਨਿਰਭਉ ਹੋ ਜਾਂਦਾ, ਉਹ ਵੀ ਡਰ ਤੋਂ ਰਹਿਤ ਹੋ ਜਾਂਦਾ। ਭਾਈ ਤਾਰੂ ਸਿੰਘ ਨੂੰ ਕਾਹਦਾ ਡਰ ਸੀ? ਖੋਪੜ ਉਤਾਰ ਦਿੱਤਾ, ਕੋਈ ਡਰ ਮੰਨਿਆ ਉਹਨਾਂ ਨੇ? ਸਾਹਿਬਜ਼ਾਦਿਆਂ ਨੂੰ ਕੋਈ ਡਰ ਸੀ? ਨਿਡਰ ਹੋ ਕੇ ਉਹਨਾਂ ਆਪਣੀ ਕਚਹਿਰੀ ਦੇ ਵਿੱਚ, ਸੂਬੇ ਦੀ ਕਚਹਿਰੀ 'ਚ ਗੱਲ ਰੱਖੀ ਆਪਣੀ, ਕੋਈ ਡਰ ਥੋੜ੍ਹੀ ਸੀ। ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਜੰਗ 'ਚ ਲੜਦਿਆਂ ਕੋਈ ਡਰ ਥੋੜ੍ਹੀ ਸੀ, ਕਿਉਂਕਿ ਉਹ ਸੇਵਕ ਸਨ ਪਰਮੇਸ਼ਰ ਦੇ ਵਾਹਿਗੁਰੂ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਵਕ ਸਨ, ਉਹਨਾਂ ਨੂੰ ਡਰ ਨਹੀਂ ਸੀ। ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਨਿਰਭਉ ਸੀ ਤੇ ਉਹਦੇ ਸੇਵਕ ਵੀ ਨਿਰਭਉ, ਉਹਦੇ ਬੱਚੇ ਵੀ ਨਿਰਭਉ, ਉਹਦੇ ਪਿਆਰੇ ਸਿੱਖ ਵੀ ਨਿਰਭਉ।
इस करके जिहड़ा परमेश्वर वाहिगुरू जी के उत्ते किरपा करे निडर हो जाता, निरभाव हो जाता, उन्होंने किसी तरह का कोई भाव नहीं व्यापदा। जैसा सा तैसा दृष्ट आया, अपने कारज मह आप समाया। जिहो जिहा वो परमेश्वर है ना, जैसा सा तैसा दृष्ट आया, जिहो जिहा किवें दा है, सत चित आनंद स्वरूप है परमेश्वर अकाल पुरख, ਉਹੋ ਜਿਹੇ ਦੇਖਣ ਨੂੰ ਜਿਹੜਾ ਉਹ ਦ੍ਰਿਸ਼ਟ ਆਇਆ ਭਾਵ ਦਿਖਦਾ ਹੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਉਹ ਪਰਮੇਸ਼ਰ ਆਪਣੇ ਕਾਰਜਾਂ ਦੇ ਵਿੱਚ ਆਪ ਹੀ ਸਮਾਇਆ ਹੋਇਆ। ਜਿੰਨੇ ਵੀ ਕਾਰਜ ਹਨ ਉਹਨਾਂ ਕਾਰਜਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਸਮਾਇਆ। ਜਿਵੇਂ ਮਿੱਟੀ ਦੇ ਭਾਂਡੇ ਦੇ ਨਾਲ ਮਿੱਟੀ ਜਿਹੜੀ ਸਮਾਈ ਹੁੰਦੀ ਹੈ ਵਿੱਚ, ਜੋ ਮਿੱਟੀ ਦਾ ਭਾਂਡਾ ਹੁੰਦਾ ਹੈ ਉਹਦੇ ਵਿੱਚ ਜਿਹੜੀ ਮਿੱਟੀ ਹੁੰਦੀ ਹੈ ਸਾਧ ਸੰਗਤ, ਉਹ ਮਿੱਟੀ ਸਮਾਈ ਹੁੰਦੀ ਹੈ ਇਹਦੇ ਵਿੱਚ। नो साउंड आ रहा जी। वाहिगुरू 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 जी, तुहाडा माइक ही नहीं ऑन होएगा शायद, क्योंकि बाकी सब नूं आवाज़ आ रही है, साडी इत्थे आवाज़ क्लीयर है। सो आप एक बार जरूर अपना जिहड़ा फोन है मोबाइल चैक करो। वीर प्रताप सिंह, हाँ जी, बेनती है कि साउंड क्लीयर है, आप जी एक बार चैक करना करो अपना साउंड। सतगुर कहते अपने कारज में आप समाया। वाहिगुरू परमेश्वर अपने कारज ਦੇ ਵਿੱਚ ਆਪ ਸਮਾਇਆ ਹੋਇਆ। ਜਿਵੇਂ ਇੱਕ ਮਿੱਟੀ ਦਾ ਭਾਂਡਾ ਜਿਹੜਾ ਹੁੰਦਾ ਮਿੱਟੀ ਦਾ ਬਣਿਆ ਹੁੰਦਾ, ਮਿੱਟੀ ਵਿੱਚ ਸਮਾਈ ਹੁੰਦੀ ਹੈ। ਸੋਨੇ ਦਾ ਗਹਿਣਾ ਜਿਹੜਾ ਸੋਨੇ ਦਾ ਬਣਿਆ ਹੁੰਦਾ ਉਹਦੇ ਵਿੱਚ ਸੋਨਾ ਸਮਾਇਆ ਹੁੰਦਾ ਹੈ। ਤੇ ਜਲ ਜਿਹੜਾ ਹੁੰਦਾ ਹੈ, ਜਲ ਦੀਆਂ ਤਰੰਗਾਂ ਜਿਹੜੀਆਂ ਪੈਦਾ ਹੁੰਦੀਆਂ ਤੇ ਉਹੀ ਜਿਹਦੇ ਵਿੱਚ ਜਲ ਸਮਾਇਆ ਹੁੰਦਾ। ਬੇਸ਼ੱਕ ਉਹ ਛੱਲਾਂ ਵੱਖਰੀਆਂ ਦਿਖਦੀਆਂ ਪਰ ਹੁੰਦੀਆਂ ਤੇ ਜਲ ਦਾ ਰੂਪ ਹੀ, ਪਾਣੀ ਦਾ ਰੂਪ ਹੀ। ਇਸੇ ਪ੍ਰਕਾਰ ਪਰਮੇਸ਼ਰ ਜਗਤ ਦੇ ਜਿੰਨੇ ਵੀ ਕਾਰਜ ਹਨ ਉਹਨਾਂ ਦੇ ਵਿੱਚ ਸਮਾਇਆ ਹੋਇਆ, ਉਹਨਾਂ ਦੇ ਵਿੱਚ ਲੀਨ ਹੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਉਸੇ ਤਰ੍ਹਾਂ ਦਾ ਹੀ ਉਹ ਵੇਖਣ ਵਿੱਚ ਆਇਆ ਹੈ, ਉਸੇ ਤਰ੍ਹਾਂ ਦਾ ਹੀ ਵੇਖਦਾ ਹੈ। ਸਤ ਚਿਤ ਆਨੰਦ ਸਰੂਪ ਤੇ ਆਪਣੇ ਕਾਰਜ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਆਪ ਹੀ ਸਮਾਇਆ ਹੋਇਆ ਹੈ। ਸੋਦਤ 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 ਸੀਜਿਆ, ਗੁਰ ਪ੍ਰਸਾਦ ਨਾਨਕ ਤਤ ਬੂਝਿਆ। ਸੋਦਤ 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 ਸੀਜਿਆ ਵਾਹਿਗੁਰੂ। ਵੇਦਾਂ ਨੂੰ ਸੋਧ ਵਿਚਾਰਦਿਆਂ, ਸ਼ਾਸਤਰਾਂ ਨੂੰ ਸੋਧਦਿਆਂ ਵਿਚਾਰਦਿਆਂ ਤੇ ਮਨ ਤਨ ਆਦਿ ਨੂੰ ਸਾਰਿਆਂ ਨੂੰ ਸੋਧ ਕੇ ਵਿਚਾਰ ਕੇ ਸੋਧਤ 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 ਸੀਜਿਆ। ਸੀਜਿਆ ਦਾ ਭਾਵ ਸਮਝਿਆ। ਜਦੋਂ ਆਪਣੇ ਮਨ ਨੂੰ ਸੋਧਿਆ, ਆਪਣੇ ਤਨ ਨੂੰ ਸੋਧਿਆ, ਆਪਣੇ ਅੰਤःਕਰਨ ਨੂੰ, ਆਪਣੇ ਚਿੱਤ ਨੂੰ ਸੋਧਿਆ, ਸਾਰਾ ਕੁਝ ਸੋਧਣ ਤੋਂ ਬਾਅਦ ਫਿਰ ਕੀ ਸਮਝਿਆ? ਗੁਰ ਪ੍ਰਸਾਦ ਤਤ ਸਭ ਬੁੱਝਿਆ। ਗੁਰੂ ਦੀ ਕਿਰਪਾ ਦੇ ਦੁਆਰਾ ਸਾਰਾ ਤੱਤ ਬੁੱਝ ਲਿਆ ਕਿ ਪਰਮੇਸ਼ਰ ਕਿਵੇਂ ਘਟ ਘਟ ਦੇ ਵਿੱਚ ਵਿਆਪਕ। ਤੱਤ ਭਾਵ ਸਿਧਾਂਤ ਪਰਮੇਸ਼ਰ ਦਾ ਜਿਹੜਾ ਨਾ ਗੁਰੂ ਦੀ ਕਿਰਪਾ ਦੁਆਰਾ ਸਮਝਿਆ। ਕਿਉਂਕਿ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਫਿਰ ਤਨ ਮਨ ਸਾਰਾ ਕੁਝ ਸੋਧਿਆ ਜਾਂਦਾ ਹੈ, ਸਵੱਛ ਹੋ ਜਾਂਦਾ ਹੈ। ਮਨ ਵੀ ਸਾਫ਼ ਹੋ ਜਾਂਦਾ ਹੈ, ਅੰਤਿਸ਼ਕਰਨ ਵੀ ਸਾਫ਼ ਹੋ ਜਾਂਦਾ ਹੈ ਤੇ ਫਿਰ ਸਾਡੀ ਦੇਹ ਵੀ ਪਵਿੱਤਰ ਹੋ ਜਾਂਦੀ ਹੈ। ਫਿਰ ਸਾਨੂੰ ਸੀਝਿਆ, ਸੁੱਝਦਾ ਕੀ ਹੈ, ਸਮਝ ਕੀ ਆਉਂਦੀ ਹੈ ਜਦੋਂ ਗੁਰੂ ਕਿਰਪਾ ਕਰਦਾ। ਗੁਰ ਪ੍ਰਸਾਦ ਤਤ ਸਭ ਬੁੱਝਿਆ। ਫਿਰ ਸਾਰਾ ਤੱਤ ਸਾਰ ਕੀ ਹੈ ਪਰਮੇਸ਼ਰ ਦਾ, ਪਰਮੇਸ਼ਰ ਕਿਵੇਂ ਧਰਤੀ ਨੂੰ ਚਲਾ ਰਿਹਾ ਹੈ, ਕਿਵੇਂ ਉਹ ਕਾਰਜ ਕਰ ਰਿਹਾ ਹੈ, ਕਿਵੇਂ ਜੀਵਾਂ 'ਚ ਵਸ ਰਿਹਾ ਹੈ, ਕਿਵੇਂ ਉਹ ਸਾਰਾ ਕੁਝ ਦੇਖ ਰਿਹਾ ਹੈ, ਕਿਵੇਂ ਬਣਿਆ ਹੈ, ਕੀ ਸਾਰਾ ਸਾਨੂੰ ਜਿਹੜਾ ਪ੍ਰਾਪਤੀ ਇਹ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਫਿਰ ਤੱਤ ਦੀ ਪਛਾਣ ਹੁੰਦੀ ਹੈ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਜਬ ਦੇਖੋ ਤਬ ਸਭ ਕਿਛ ਮੂਲ। ਮਾਰ ਕਹਿੰਦੇ ਆ ਜਦੋਂ ਦੇਖਦੇ ਹਾਂ ਤਦ ਸਭ ਕੁਛ, ਸਭ ਕੁਝ ਜਿਹੜਾ ਮੂਲ ਭਾਵ ਮੁੱਢ ਰੂਪ ਪਰਮੇਸ਼ਰ ਆਪ ਹੈ, ਅਕਾਲ ਪੁਰਖ ਮੁੱਢ। ਜਬ ਦੇਖੋ ਤਬ ਸਭ ਕੁਛ ਮੂਲ, ਸਾਰੀਆਂ ਚੀਜ਼ਾਂ ਦਾ ਮੂਲ, ਸਾਰੀਆਂ ਚੀਜ਼ਾਂ ਦਾ ਮੁੱਢ ਪਰਮੇਸ਼ਰ ਆਪ ਹੈ। ਜਿਵੇਂ ਮਿੱਟੀ ਦਾ ਭਾਂਡਾ, ਇਹਦਾ ਉਹਦਾ ਮੁੱਢ ਕੀ ਹੋਵੇਗਾ? ਮਿੱਟੀ। ਸੋਨੇ ਦਾ ਗਹਿਣਾ ਬਣਿਆ ਬੜਾ ਸੋਹਣਾ, ਉਹਦਾ ਮੂਲ ਕੀ ਹੋਏਗਾ? ਸੋਨਾ। ਇਸੇ ਤਰ੍ਹਾਂ ਜੇ ਕੋਈ ਜਲ ਦੇ ਉੱਤੇ ਤਰੰਗ ਉੱਠੀ ਆ, ਉਹਦਾ ਮੂਲ ਕੀ ਹੋਏਗਾ? ਜਲ, ਪਾਣੀ। ਤੇ ਇਸੇ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਜਦੋਂ
ये देखिया जब देखो तब सब कुछ मूल। जो गुरु की कृपा के द्वारा तत्त प्राप्त हो गया, पता लगा कि परमेश्वर घट घट दे विच व्यापक है, तो फिर गुरु ने विखा दिता। तो जो सारा कुछ देखिया जब देखो तब सब कुछ मूल, ये पता लगन लग पिया कि सारिया चीज़ां उस मूल के विचों निकलियां, उस परमेश्वर के विचों निकलियां, वो अकाल पुरख के विचों निकलियां। साध संगत जदों ये वेद जां शास्त्र परमेश्वर की विचार करते ना, वो कहते आ कि परमेश्वर एक उल्टे रुख की उदाहरण देंगे, पुठे रुख की। रुख होंदा है ना, बोर्ड का ला लो या कोई भी रुख ला लो, वो कहते पुठा करके रख लो तो रुख उस तरह परमात्मा है। जिमें रुख दियाँ जड़ा हो गई, उन्होंने जड़ा के विचों गाह तना बनया, तने तो गाह फिर उपरला सारिया टाहनियाँ बनिया, टाहनियाँ तो बाद पत्ते बने। इस तरह वो कहते मूल जिहड़ा जड़ जिहड़ी है वो परमेश्वर आप है, उहदे तो ही ये सारा संसार तना रूप, टाहनियाँ रूप, पत्ते रूप संसार जिहड़ा होंद विच आया। इस प्रकार महाराज कहते हैं कि मूल जिहड़ा है ना, हर चीज़ का मूल परमेश्वर आप है, अकाल पुरख। जो भी संसार दे ते दिखता है, अणदिखता है, सारा उहदा मूल वो परमेश्वर आप है। नानक सो सूखम सोई अस्थूल। महाराज कहते उही परमेश्वर वाहिगुरु सूखम है, तो उही अस्थूल। सूखम का अर्थ करांगे जिहड़ा सानूं नंगी अख दे नाल नहीं दिखता। हुंदे आ ना कुछ ऐसे जीव जिन्होंने इस नंगी अख दे नाल नहीं देखा जा सकता। कुछ ऐसियां चीज़ां हुंदियां जिहड़ियां इन्हां अखां दे नाल असीं नहीं देख सकते। वाहिगुरु सतगुरु कहते आ कि नानक सो सूखम सोई अस्थूल। परमेश्वर ही सूखम रूप है, तो अस्थूल रूप सारा संसार वो परमेश्वर का रूप है, अकाल पुरख का रूप है। जब देखो तब सब कुछ मूल। जदों देखिया गुरु की कृपा के नाल पता लगा कि मूल परमेश्वर आप है। सो सूखम सोई अस्थूल। सूखम दे विच भी वो आप है, तो जिहड़ा दिख रहा अस्थूल उहदे विच भी परमेश्वर आप है। न किश जन्मै नह किश मरै, आपन चलित आप ही करै। हुण परमेश्वर की व्यापकता की है, ਉਹਦਾ ਸਰੂਪ ਕੀ ਹੈ कि परमेश्वर ना जन्मदा है तो ना मरदा है। न किश जन्मै न किश मरै, ना तो वह जन्म लैंदा है तो ना ही वह मरदा है। आपन चलते आप ही करे, अपने कौतक वो आप करता है, वो आप ही सारे कौतक चला रहा है, सारा कुछ वो आप ही परमेश्वर वाहिगुरू कर रहा है। तो वह ना जमदा है तो ना मरदा है, सਦੀवी तौर पर हाजिर है। जीव जमदा है मरदा है, वार वार जमन मरदन होंदा है जीव का, पर परमेश्वर का जिहड़ा है वो सतीवी टिकाणा है। जो असी हाँ हुण भी है, पहलों भी सी, साडे तो आने वाले समय असी नहीं होवांगे तां भी परमेश्वर होगा। इस करके महाराज बख्शिश करते हैं सतगुरु, कहते वो परमेश्वर वाहिगुरू जिहड़ा है ना भाई, वो ना तो जन्मदा है तो ना मरदा है, वो अपने कौतक कर रहा संसार के उत्ते। ये नहीं कि जीव मर गया तो परमेश्वर मर गया, नहीं। जीव के अंदर परमेश्वर है पर जीव मर गया, परमेश्वर नहीं मरता। ये चलत उहदा तमाशा, उहदा कौतक है। आवन जावन दृष्ट अनदृष्ट, आज्ञाकारी धारी सब सृष्ट। आवन जावन दृष्ट अनदृष्ट, सतगुरु कहते आ आना जाना वाहिगुरू। आवन जावन आन जान वाली दृष्टि जिहड़ी है, दिसन वाली ते अनदिसन वाला, सारी सृष्टि जिन्नी भी है, गुप्त है प्रगट है, जिन्ना भी कुछ है, आवन जावन दृष्ट अनदृष्ट, जो कुछ आ रहा धरती के उत्ते, जो कुछ जा रहा धरती के उत्तों, जो कुछ सानू दिस रहा है, जो नहीं दिस रहा, आग्याकारी धारी सब सृष्ट। उस परमेश्वर ने वाहिगुरू ने अपनी माया जिहड़ी है ना आग्याकारी करके, आग्याकारी धारी सब सृष्टि, उसकी आग्याकारी जिहड़ी माया है ना, उन्हें सारी सृष्टि धारण की है। माया परमेश्वर ने पैदा की है, तो माया दे विच ये जीव पैदा होए हैं। आग्याकारी धारी सब सृष्टि, तो ये नहीं कि वो माया परमेश्वर की आग्याकारी नहीं है, वो अपने आप पैदा नहीं हुई, वो परमेश्वर ने आप पैदा की है। आप उन्हें कुदरत ये माया सारी बनाई है, आग्याकारी अपनी आग्या दे विच, अपने हुक्म दे विच धारी सब सृष्टि, सारी सृष्टि जिहड़ी धारण की है, बनाई है उस वाहिगुरू ने, परमेश्वर ने सारा कुछ उस वाहिगुरू ने बनाया है, ते पर बनाया अपनी आग्या दे विच है, उसकी आग्या तो बाहर कुछ भी नहीं। आपे आप सगल में आप, परमेश्वर आप ही है सारी जगह। आपे आप सगल में आप, सारिया जीवां दे विच सगल में, सारिया दे विच कोई
किसी तरह का कोई जीव है, कोई भी पशु पक्षी जल थल हर जगह वो परमेश्वर आप है। आपे आप सगल में, जो सगल में कह दिता फिर सारिया दे विच परमेश्वर आप है। अनेक जुगत रच थाप उथाप, और परमेश्वर अनेक जुगतां दे नाल अनेक तरीकों के नाल संसार नूं रच रहा है, थाप उथाप खत्म कर रहा है। किते वो पैदा कर रहा जीवां नूं, किते मार रहा है, खत्म कर रहा है। परमेश्वर है, उसकी कुदरत है, सारी वो जगत है। अनेक जुगतियां दे नाल कईयां नूं किसी तरह मार रहा है। कोई जीव ऐसे हैं जिहड़े पानी च डुब के मर जाते हैं, कोई ऐसे जिहड़े पानी तो बाहर आके मर जाते। अनेक जुगत वो जुगती है। रच थाप थाप, कुछ पानी च जाके जिउंदे रहिंदे, कुछ पानी तो बाहर जिउंदे रहिंदे। थाप थाप इस तरह ही वो बना रहा ते खत्म कर रहा। ये परमेश्वर की खेड है, कौतक है उसका। अनेक जुगत रच अनेक जुगतियां दे नाल सृष्टि नूं रच भी रहा है परमेश्वर। थाप ते उथाप का अर्थ वो खत्म भी कर रहा है, मार भी रहा है सारिਆਂ ਨੂੰ। अविनाशी नाहि किश खंड, धारन धार रहियो ब्रह्मांड। अविनाशी है परमेश्वर वाहिगुरु, नाश तो रहत है। इस करके उसका खंड, खंड का अर्थ होंदा टुकड़े करने। परमेश्वर अविनाशी है, नाश तो रहत, के टुकड़े नहीं हो सकते, वंडिया नहीं जा सकता। हाँ असी जीव जिहड़े वंड लैंदे आ कि तुहाडा परमेश्वर होर है, साडा परमेश्वर होर है, तुहाडा अल्लाह होर है, साडा वाहिगुरू होर है, तुहाडा परमेश्वर होर है, साडा होर है। इस तरह आपां वंड लैंदे हैं, पर परमेश्वर नूं वंडिया नहीं जा सकता। वो अविनाशी है। अविनाशी ना ही किसी खंड, मारे कहते उसका खंडन नहीं हो सकता, उन्हें खंडिया नहीं जा सकता, वो टुकड़े नहीं किए जा सकते। जिवें आ ना असी खंड किए हुए आ, साडा देश ये है, तुहाडा देश वो है, साडा धर्म ये है, तुहाडा धर्म वो है। इस तरह असी देशों के टुकड़े भी किए आ, मनुखता के टुकड़े भी किए आ, ते होर कई तरह के टुकड़े असी संसार के विच कीते। वो आपां देख ही रहे अपने समाज के विच ऊच नीच के टुकड़े। फिर उस तो बाद असी अपना जातां पातां दे नाल टुकड़े कीते पे, फिर उस तो बाद असी धर्मां दे नाल टुकड़े कीते पे, फिर अपने देशों के नाल टुकड़े कीते पे। इस तरह पर परमेश्वर जिहड़ा उस सारिਆਂ ਨੂੰ बराबर का दे रहा ना, तो माड़े नूं भी दे रहा, तो उच्चे नूं भी दे रहा, सारिਆਂ ਨੂੰ दे रहा। ਉਹਦੀ निगाह ਦੇ ਵਿੱਚ सारे बराबर है। अविनाशी ना ही किश खंड, ਉਹਦੇ टुकड़े नहीं किए जा सकते। सतगुरु कहते हो एक खंड, एक ਉਹਦੇ टुकड़े टुकड़े नहीं किए जाते। वो अविनाशी है परमेश्वर वाहिगुरू। धारन धार रहियो ब्रह्मांड, उस परमेश्वर ने, उस वाहिगुरू ने सारे ब्रह्मांड जगत नूं धारन, भाव मर्यादा धार रहा, भाव सारा जगह के उत्ते उन्हें ये ब्रह्मांड नूं धारन किया होया, हर जगह के उत्ते टिकिया होया, हर जगह के उत्ते सुभाएमान है परमेश्वर। धारन धारियो ब्रह्मांड, ब्रह्मांड के हर खंड के विच परमेश्वर आप मौजूद है। तो एक रस मौजूद है, ये नहीं कि किते थोड़ा है, किते ज़्यादा है, कोई किते घट है, किते वध है, इस तरह नहीं। चीटी ते कुंचर अस्तूला सब पर कृपा दृष्ट कर फूला। वो सारियां दे विच इस एक रस बराबर है, भावें हाथी है ते भावें कीड़ी है, हर जगह के उत्ते परमेश्वर सुभाएमान है ते बराबर वरत रहा है। उसदे टुकड़े नहीं किए जा सकते। खंडां ब्रह्मंडां दे विच परमेश्वर धारन धारियो ब्रह्मंड, ब्रह्मंडां नूं उहने धारण कीता होया। अलख अभेव पुरख परताप, आप जपाए ता नानक जाप। अलख ਉਹਦਾ लखन नहीं किया जा सकता, अभेव ਉਹਦਾ भेद नहीं पाया जा सकता। पुरख वो परमेश्वर जिहड़ा है पुरख रूप है सारियां दा। प्रताप ਉਹਦਾ तेज प्रताप है परमेश्वर का। अलख है जिसका लखन नहीं किया जा सकता, जिहदे बारे कह नहीं जा सकता कुछ। अभेव जिहदा भेद नहीं उस परमेश्वर का वाहिगुरू का पाया जा सकता, कोई उसका भेद नहीं पा सकता। वो कैसा है? पुरख है, सारियां दे विच व्यापक है, सारियां नूं बनाउण वाला है, पुरख रूप है सारियां दा। प्रताप सारियां दा तेज प्रताप, ਉਹਦਾ तेज प्रताप सारियां दे विच है, ਉਹਦੀ जीव सत्ता सारियां दे अंदर है। आप जपाए ता नानक जाप। सारे कहते ऐसा परमेश्वर वाहिगुरू जिहड़ा है ना, जे वो आप जपाए किसी नूं नाम तो फिर ही मनुख जप सकता है, उन्होंने उदा मनुख नहीं जप सकता। आप जपाए ता नानक जाप, जे वो परमेश्वर वाहिगुरू आप जपाए ਤਾਂ ਹੀ ਉਹਦਾ ਜਾਪ ਕੀਤਾ ਜਾ ਸਕਦਾ, ਨਾ ਤਾਂ ਹੀ ਉਹਨੂੰ ਸਿਮਰਿਆ ਜਾ ਸਕਦਾ, ਤਾਂ ਹੀ ਉਹਨੂੰ ਸਮਝਿਆ ਜਾ ਸਕਦਾ। ਨਹੀਂ ਤੇ ਉਹ परमेश्वर वाहिगुरू अलख अभेव पुरख प्रताप है। ऐसा है वो वाहिगुरू,
ਉਹਨੂੰ ਜਿਹੜਾ ਜਾਣਨ ਵਾਸਤੇ ਇਹਨੂੰ ਜਪਣਾ ਪੈਂਦਾ ਤੇ ਜਿਹਨੂੰ ਉਹ ਪਰਮੇਸ਼ਰ ਜਪਾਉਂਦਾ ਹੈ ਤੇ ਉਹੀ ਜਪਦੇ ਹਨ। ਗੁਰਮੁਖ ਪਿਆਰੇ ਦੂਸਰੇ ਤੇ ਵਿਕਾਰਾਂ ਦੇ ਵਿੱਚ ਲੱਗੇ ਹੋਏ ਆ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਜਿਨ੍ਹਾਂ ਨੇ ਪ੍ਰਭੂ ਹਰੀ ਨੂੰ ਪਰਮੇਸ਼ਰ ਨੂੰ ਜਾਤਾ ਜਾਣਿਆ ਹੈ ਉਹ ਸੋਭਾਵੰਤ ਹੋ ਗਏ, ਉਹਨਾਂ ਦੀ ਵਡਿਆਈ ਵਾਲੇ ਹੋ ਗਏ, ਉਹਨਾਂ ਦੀ ਵਡਿਆਈ ਹੋਈ ਹਰ ਜਗ੍ਹਾ ਦੇ ਉੱਤੇ। ਜਿਨ ਪ੍ਰਭ ਜਾਤਾ, ਜਿਨ੍ਹਾਂ ਨੇ ਜਾਣ ਲਿਆ ਉਹਨਾਂ ਦੀ ਵਡਿਆਈ ਹੋਈ ਸੰਸਾਰ ਦੇ ਵਿੱਚ। ਸਗਲ ਸੰਸਾਰ ਉਦਰੈ ਤਿਨ ਮੰਤ, ਫਿਰ ਉਹਨਾਂ ਦੁਆਰਾ ਦਿੱਤੇ ਹੋਏ ਮੰਤਰ ਦੇ ਨਾਲ, ਉਹਨਾਂ ਦੁਆਰਾ ਦਿੱਤੇ ਹੋਏ ਉਪਦੇਸ਼ ਦੇ ਨਾਲ ਸਾਰਾ ਜਗਤ ਜਿਹੜਾ ਉਹ ਉਧਰ ਸਕਦਾ। ਜਿਹੜੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਉਹਨਾਂ ਦੇ ਦੁਆਰਾ ਦਿੱਤਾ ਹੋਈ ਬਾਣੀ, ਜਿਵੇਂ ਭਗਤ ਕਬੀਰ ਜੀ ਨੇ ਜਾਣਿਆ, ਬਾਬਾ ਫਰੀਦ ਜੀ ਨੇ ਜਾਣਿਆ, ਭਗਤ ਨਾਮਦੇਵ ਜੀ ਨੇ। ਵਾਹਿਗੁਰੂ ਸਤਿਗੁਰ ਕਹਿੰਦੇ ਆ ਭਾਈ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਜਾਣਿਆ ਉਹ ਸੋਭਾਵੰਤ ਹੋ ਗਏ। ਜਿਵੇਂ ਭਗਤ ਕਬੀਰ ਜੀ, ਫਰੀਦ ਜੀ, ਨਾਮਦੇਵ ਜੀ 15 ਭਗਤ ਹੋਏ ਆ, ਉਹਨਾਂ ਨੇ ਜਾਣਿਆ ਤੇ ਫਿਰ ਉਹਨਾਂ ਨੇ ਜੋ ਉਪਦੇਸ਼ ਦਿੱਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕਰ ਦਿੱਤਾ ਤੇ ਫਿਰ ਉਸ ਨੂੰ ਪੜ੍ਹ ਕੇ ਅਸੀਂ ਵੀ ਆਪਣਾ ਉਧਾਰ ਕਰ ਰਹੇ ਹਾਂ। ਸਗਲ ਸੰਸਾਰ ਉਧਰੈ ਤਿਨ ਮੰਤ, ਉਹਨਾਂ ਦੇ ਦਿੱਤੇ ਉਪਦੇਸ਼ਾਂ ਨੂੰ ਪੜ੍ਹ ਕੇ ਸਾਰਾ ਸੰਸਾਰ ਉਧਰ ਰਿਹਾ ਹੈ। ਉਹਨਾਂ ਦੇ ਦਿੱਤੇ ਉਪਦੇਸ਼ਾਂ ਨੂੰ ਪੜ੍ਹ ਕੇ ਅਸੀਂ ਆਪਣੀ ਕਲਿਆਣ ਕਰ ਰਹੇ ਹਾਂ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਉਹਨਾਂ ਦੀ ਵਡਿਆਈ ਹੋਈ। ਸਗਲ ਸੰਸਾਰ ਉਧਰੈ ਤਿਨ ਮੰਤ, ਸਤਿਗੁਰ ਕਹਿੰਦੇ ਸਾਰਾ ਸੰਸਾਰ ਉਧਰ ਜਾਂਦਾ ਹੈ, ਸਾਰੇ ਸੰਸਾਰ ਦਾ ਕਲਿਆਣ ਹੋ ਜਾਂਦਾ ਹੈ ਜਿਹੜਾ ਵੀ ਮਨੁੱਖ ਪਰਮੇਸ਼ਰ ਨੂੰ ਜਾਣਦਾ ਹੈ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਉਦਾਹਰਨ ਨਹੀਂ ਪੜ੍ਹਨਾ, ਉਦਾਹਰਨ ਪੜ੍ਹਨਾ, ਧੱਦੇ ਨੂੰ ਕੰਨਾ ਲਾ ਕੇ, ਧੱਦਾ ਸ਼ਬਦ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਜਿਹੜੇ ਪ੍ਰਭੂ ਦੇ ਵਾਹਿਗੁਰੂ ਦੇ ਸੇਵਕ ਹੁੰਦੇ ਨਾ ਉਹ ਸਾਰਿਆਂ ਦਾ ਉਧਾਰ ਕਰਨ ਦੇ ਯੋਗ ਹੁੰਦੇ ਆ। ਜਿਹੜੇ ਪਰਮੇਸ਼ਰ ਨੂੰ ਜਪਣ ਵਾਲੇ ਸੇਵਕ ਹੁੰਦੇ ਆ ਨਾ ਪਰਮੇਸ਼ਰ ਦੇ, ਵਾਹਿਗੁਰੂ ਦੇ, ਉਹ ਸਾਰਿਆਂ ਦਾ ਉਧਾਰ ਕਰਨ ਵਾਲੇ ਹੁੰਦੇ ਆ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਜਿਹੜੇ ਪ੍ਰਭੂ ਦੇ ਸੇਵਕ ਹੁੰਦੇ ਆ ਉਹ ਦੁੱਖ ਵਿਸਾਰਨ, ਸਾਰਿਆਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੁੰਦੇ ਆ। ਜਿਹੜਾ ਵੀ ਇਹਨਾਂ ਕੋਲ ਜਾਂਦਾ ਹੈ ਉਹਦੇ ਦੁੱਖਾਂ ਨੂੰ ਨਾਸ਼ ਕਰ ਦਿੰਦੇ। ਜਿਹੜੇ ਪ੍ਰਭੂ ਦੇ ਸੇਵਕ ਹੁੰਦੇ ਆ, ਜਿਹੜੇ ਉਹਨੂੰ ਜਪਦੇ ਹੁੰਦੇ ਆ, ਜਿਹੜੇ ਨਾਮ ਜਪਣ ਵਾਲੇ ਹੁੰਦੇ ਆ ਨਾ ਪਰਮੇਸ਼ਰ ਦੇ ਸੇਵਕ, ਜਿਹੜੇ ਪ੍ਰਭ ਨੇ ਆਪਣੀ ਸੇਵਾ ਚ ਲਾਏ ਹੁੰਦੇ ਆ, ਜਿਨ੍ਹਾਂ ਨੂੰ ਸੇਵਾ ਚ ਲਾ ਕੇ ਪਰਮੇਸ਼ਰ ਨੇ ਕਾਰਜ ਕਰਵਾਇਆ ਹੁੰਦਾ, ਉਹ ਫਿਰ ਸਾਰਿਆਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੁੰਦੇ ਆ ਤੇ ਸਾਰਿਆਂ ਨੂੰ ਉਧਾਰਨ ਦੀ ਸਮਰੱਥਾ ਰੱਖਦੇ ਆ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਹ ਹਰੀ ਵਾਹਿਗੁਰੂ ਕਿਰਪਾਲ ਦਿਆਲੂ ਨੇ ਆਪਣੇ ਨਾਲ ਮੇਲ ਲਏ ਹਨ, ਉਹਨਾਂ ਸਾਰਿਆਂ ਨੂੰ ਮੇਲ ਲਿਆ ਹੈ, ਆਪਣੇ ਨਾਲ ਮੇਲ ਲਏ ਹਨ ਪਰਮੇਸ਼ਰ ਨੇ ਸਾਰੇ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਗੁਰੂ ਦੇ ਉਪਦੇਸ਼ ਦੇ ਦੁਆਰਾ, ਗੁਰੂ ਕਾ ਸ਼ਬਦ ਜਪਣ ਦੇ ਨਾਲ ਭਏ ਨਿਹਾਲ, ਨਿਹਾਲ ਹੋ ਜਾਂਦੇ ਆ ਉਹ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਮੇਲ ਮਿਲਾਇਆ। ਆਪੇ ਮੇਲ ਲਏ ਕਿਰਪਾਲ, ਆਪੇ ਹੀ ਉਹ ਸਾਰਿਆਂ ਨੂੰ ਮੇਲਦਾ ਹੈ ਸਤ ਸੰਗਤ ਦੇ ਵਿੱਚ, ਉਹ ਕਿਰਪਾਲੂ ਪ੍ਰਭੂ ਵਾਹਿਗੁਰੂ। ਤੇ ਫਿਰ ਸਾਰਿਆਂ ਨੂੰ ਗੁਰ ਕਾ ਸ਼ਬਦ ਜਪ ਭਏ ਨਿਹਾਲ, ਗੁਰੂ ਦਾ ਸ਼ਬਦ ਦਿੰਦਾ ਹੈ ਜਿਹਨੂੰ ਜਪ ਕੇ ਸਾਰੇ ਨਿਹਾਲ ਹੋ ਜਾਂਦੇ ਆ। ਐਸੀ ਵਡਿਆਈ ਹੈ ਪਰਮੇਸ਼ਰ ਦੀ, ਐਸੇ ਸਤਿਗੁਰੂ ਦੇ ਸ਼ਬਦ ਦੀ ਵਡਿਆਈ ਹੈ। ਗੁਰ ਕਾ ਸ਼ਬਦ ਜਪ ਭਏ ਨਿਹਾਲ, ਨਿਹਾਲ ਹੋ ਜਾਂਦੇ ਗੁਰੂ ਦਾ ਸ਼ਬਦ ਜਪ ਕੇ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਵੱਡ ਭਾਗੇ। ਉਨਕੀ ਸੇਵਾ, ਕਿੰਨਾ ਦੀ ਸੇਵਾ? ਜਿਹੜੇ ਜਪਦੇ ਆ, ਜਿਹੜੇ ਸਿਮਰਨ ਕਰਦੇ ਆ, ਉਹਨਾਂ ਦੀ ਸੇਵਾ 'ਚ ਉਹੀ ਲੱਗਦਾ ਹੈ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਵੱਡ ਭਾਗੇ। ਜਿਨ੍ਹਾਂ ਨੂੰ ਕਿਰਪਾ ਕਰਦਾ ਹੈ ਪਰਮੇਸ਼ਰ ਵਾਹਿਗੁਰੂ, ਜਿਨ੍ਹਾਂ ਦੇ ਪੂਰਬਲੇ ਕਰਮ ਵੱਡ ਭਾਗੇ, ਵੱਡੇ ਭਾਗ ਹੁੰਦੇ ਜਿਨ੍ਹਾਂ ਦੇ ਪੂਰਬਲੇ ਕਰਮ ਜਾਗਦੇ ਆ। ਪੂਰਬ ਕਰਮ ਅੰਕੁਰ ਜਾ ਭੇਟਿਓ, ਅੰਕਰ ਜਾ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਜਿਨ੍ਹਾਂ ਦੇ ਪੂਰਬਲੇ ਕਰਮਾਂ ਦਾ ਕੋਈ ਬੀਜਿਆ ਹੋਇਆ ਕਰਮ ਜਦੋਂ ਉੱਭਰਦਾ ਹੈ ਫਿਰ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਉਹਨਾਂ ਗੁਰਮੁਖ ਪਿਆਰਿਆਂ ਦੀ ਸੇਵਾ ਦੀ, ਉਹਨਾਂ ਨੂੰ ਸਤ ਸੰਗੀਆਂ ਦੀ ਪ੍ਰਾਪਤੀ ਹੁੰਦੀ ਆ। ਹਰ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਉਨਕੀ ਸੇਵਾ,
ਜਪਣ ਵਾਲਿਆਂ ਦੀ ਸੇਵਾ 'ਚ ਸੋਈ ਲੱਗੇ, ਉਹੀ ਲੱਗਦੇ ਹਨ ਜਿਸ ਨੂੰ ਕਿਰਪਾ ਕਰੇ ਵਡਭਾਗੇ। ਜਿਹਦੇ ਉੱਤੇ ਪਰਮੇਸ਼ਰ ਕਿਰਪਾ ਕਰਦਾ ਹੈ ਤੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ, ਜਿਨ੍ਹਾਂ ਦਾ ਕੋਈ ਪਿਛਲਾ ਕਰਮ ਜਿਹੜਾ ਉਹ ਜਾਗਦਾ ਹੈ ਤੇ ਜਿਨ੍ਹਾਂ ਨੂੰ ਸੰਗਤ ਮਿਲਦੀ ਹੈ, ਉਹੀ ਉਹਨਾਂ ਦੀ ਸੇਵਾ 'ਚ ਲੱਗ ਸਕਦਾ, ਹੋਰ ਕੋਈ ਨਹੀਂ। ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿਨ ਪੁਰਖ ਕੋ ਊਤਮ ਕਰਮਾਨ। ਨਾਮ ਜਪਤ ਪਾਵਹਿ ਬਿਸਰਾਮ, ਉਹ ਨਾਮ ਜਪਤ ਜਪ ਕੇ ਵਾਹਿਗੁਰੂ ਦੇ ਵਿੱਚ ਵਿਸਰਾਮ ਪਾ ਲੈਂਦੇ ਆ, ਟਿਕ ਜਾਂਦੇ ਆ। ਨਾਨਕ ਤਿਨ ਪੁਰਖ ਕੋ ਊਤਮ ਕਰਮਾਨ, ਸਤਿਗੁਰ ਕਹਿੰਦੇ ਆ ਉਹਨਾਂ ਪੁਰਖਾਂ ਨੂੰ, ਉਹਨਾਂ ਗੁਰਮੁਖ ਪਿਆਰਿਆਂ ਨੂੰ ਜਿਹੜੇ ਨਾਮ ਜਪ ਕੇ ਪਰਮੇਸ਼ਰ ਦੇ ਵਿੱਚ ਟਿਕ ਗਏ, ਸਥਿਰ ਹੋ ਗਏ, ਉਹਨਾਂ ਗੁਰਮੁਖ ਪਿਆਰਿਆਂ ਨੂੰ ਉੱਤਮ ਕਰਕੇ ਮੰਨੋ ਗੁਰਸਿੱਖੋ। ਉਹ ਉੱਤਮ ਹਨ, ਵਡਿਆਈ ਵਾਲੇ ਹਨ, ਵੱਡੀਆਂ ਭਾਗਾਂ ਵਾਲੇ ਹਨ। ਉਹਨਾਂ ਨੂੰ ਉੱਤਮ ਕਰਕੇ ਜਾਣੋ, ਉਹਨਾਂ ਦੀ ਵਡਿਆਈ ਕਰੋ। ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ, ਉਹਨਾਂ ਨੂੰ ਉੱਤਮ ਕਰਕੇ ਜਾਣੋ। ਉਹ ਉੱਤਮ ਹਨ, ਸੰਸਾਰ ਦੇ ਸ੍ਰੇਸ਼ਟ ਵਿਅਕਤੀ ਹਨ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਦਾ ਵਿਸ਼ਰਾਮ ਪਰਮੇਸ਼ਰ 'ਚ ਹੋ ਗਿਆ, ਜਿਹੜੇ ਵਾਹਿਗੁਰੂ ਦੇ ਵਿੱਚ ਲੀਨ ਹੋ ਗਏ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਪਰਮੇਸ਼ਰ ਦੇ ਸੇਵਕ ਜਿਹੜੇ ਆ ਉਹ ਜੋ ਵੀ ਕੁਛ ਕਰਦੇ ਆ ਉਹ ਪ੍ਰਭੂ ਦੇ ਰੰਗ ਦੇ ਵਿੱਚ, ਆਨੰਦ ਦੇ ਵਿੱਚ ਹੀ ਕਰਦੇ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਈ ਉਹ ਕਰਦੇ ਸਾਰਾ ਕੁਛ। ਸਦਾ ਬਸੈ, ਸਦਾ ਸਦਾ ਬਸੇ ਹਰ ਸੰਗ, ਉਹ ਸਦਾ ਹੀ ਪ੍ਰਭੂ ਦੇ, ਵਾਹਿਗੁਰੂ ਦੇ ਸੰਗ ਵਸਦੇ ਆ, ਹੋਰ ਕਿਸੇ ਦੇ ਸੰਗ ਨਹੀਂ ਵਸਦੇ, ਪਰਮੇਸ਼ਰ ਦੇ ਸੰਗ ਵਸਦੇ ਆ, ਉਹ ਵਾਹਿਗੁਰੂ ਦੇ ਸੰਗ ਵਸਦੇ। ਸਹਿ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਮਹਾਰਾਜ ਕਹਿੰਦੇ ਆ ਉਹ ਸੇਵਕ ਹੰਕਾਰ ਨੂੰ ਧਾਰਨ ਕਰਕੇ ਕੁਝ ਨਹੀਂ ਕਰਦੇ, ਉਹ ਸਹਿਜ ਸੁਤੇ ਸੇਧੀ, ਸੁਤੇ ਸੁਭਾਅ ਹੀ ਕਰਦੇ ਜੋ ਵੀ ਕਰਦੇ ਆ। ਸਹਿਜ ਸੁਭਾਏ ਹੋਵੈ ਸੋ ਹੋਏ, ਉਹ ਸੁਤੇ ਸੁਭਾਅ ਹੀ, ਜੇ ਕਿਸੇ ਨੂੰ ਵਰ ਦੇ ਦਿੰਦੇ ਆ, ਜੇ ਕਿਸੇ ਨੂੰ ਕੋਈ ਬਚਨ ਉਹ ਜਿਹਾ ਮੂੰਹ ਚੋਂ ਨਿਕਲ ਜਾਵੇ ਤੇ ਉਹ ਵੀ ਉਹ ਕਹਿੰਦੇ ਆ ਕਿ ਪਰਮੇਸ਼ਰ ਦੀ ਰਜ਼ਾ ਦੇ ਨਾਲ ਮੂੰਹ ਚੋਂ ਨਿਕਲ ਗਿਆ। ਉਹ ਆਪ ਕਿਸੇ ਨੂੰ ਸ਼ਰਾਬ, ਕਿਸੇ ਨੂੰ ਵਰ ਨਹੀਂ ਦਿੰਦੇ, ਉਹ ਜਿਵੇਂ ਪਰਮੇਸ਼ਰ ਵਾਹਿਗੁਰੂ ਉਹਨਾਂ ਦੇ ਮੂੰਹ ਚੋਂ ਕਢਵਾਉਂਦਾ ਹੈ ਉਸੇ ਤਰ੍ਹਾਂ ਹੀ ਉਹ ਕਰਦੇ ਆ, ਸਹਿਜ ਸੁਭਾਅ ਦੇ ਵਿੱਚ। ਸਹਿਜ ਸੁਭਾਅ ਹੋਵੈ ਸੋ ਹੋਏ, ਸਹਿਜ ਸੁਭਾਅ ਦੇ ਵਿੱਚ ਜਿਵੇਂ ਪਰਮੇਸ਼ਰ ਉਹਨਾਂ ਦੇ ਕੋਲੋਂ ਕਰਵਾਉਂਦਾ ਉਵੇਂ ਹੀ ਹੁੰਦਾ ਹੈ। ਸਹਿਜ ਸੁਭਾਅ ਹੋਵੈ ਸੋ ਹੋਏ, ਕਰਨੇ ਹਾਰ ਪਛਾਣੈ ਸੋਏ। ਮਹਾਰਾਜ ਕਹਿੰਦੇ ਆ ਕਰਨੇ ਹਾਰ ਪਰਮੇਸ਼ਰ ਹੈ ਨਾ, ਉਹ ਸਿਰਫ ਕਰਨੇ ਹਾਰ ਪਰਮੇਸ਼ਰ ਨੂੰ ਹੀ ਪਛਾਣਦੇ ਹਨ। ਕਰਨੇ ਹਾਰ ਪਛਾਣੈ ਸੋਏ, ਉਹ ਸਿਰਫ ਉਸ ਪਰਮੇਸ਼ਰ ਨੂੰ ਹੀ ਪਛਾਣਦੇ ਆ, ਹੋਰ ਸੰਸਾਰ ਦੇ ਜੀਵਾਂ ਦੇ ਨਾਲ ਉਹਨਾਂ ਦਾ ਕੋਈ ਨਾਤਾ ਨਹੀਂ ਹੁੰਦਾ। ਉਹ ਸਿਰਫ ਸਹਿਜ ਸੁਭਾਏ ਪਰਮੇਸ਼ਰ ਦੇ ਵਿੱਚ ਹੀ ਜੁੜੇ ਰਹਿੰਦੇ ਆ। ਜਿਹੜੇ ਕਾਰਜ ਉਹਨਾਂ ਨਾਮ ਜਪਣ ਦੇ ਕਾਰਜ 'ਚ ਪਰਮੇਸ਼ਰ ਨੇ ਲਾਇਆ, ਉਹ ਨਾਮ ਜਪਦੇ ਰਹਿੰਦੇ ਆ, ਸੰਸਾਰ ਦੇ ਕਾਰਜਾਂ ਵੱਲ ਧਿਆਨ ਨਹੀਂ ਹੁੰਦਾ, ਉਹਨਾਂ ਦਾ ਧਿਆਨ ਪਰਮੇਸ਼ਰ ਦੇ ਵਿੱਚ ਹੁੰਦਾ ਹੈ। ਕਰਨੇ ਹਾਰ ਨੂੰ ਪਛਾਣ ਕੇ ਰੱਖਦੇ ਦਿਲ ਦੇ ਅੰਦਰ, ਹਿਰਦੇ ਦੇ ਅੰਦਰ, ਮਨ ਦੇ ਅੰਦਰ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਫਿਰ ਜਿਵੇਂ ਪ੍ਰਭੂ ਕਰਦਾ ਨਾ ਪਰਮੇਸ਼ਰ, ਉਹ ਮਿੱਠਾ ਲੱਗਦਾ ਹੈ। ਜੇ ਇਹਨਾਂ ਨੂੰ ਕੋਈ ਦੁੱਖ ਆ ਜਾਂਦਾ ਹੈ ਤਾਂ ਵੀ ਕਹਿੰਦੇ ਮਹਾਰਾਜ ਤੁਹਾਡਾ ਭਾਣਾ ਤੁਸੀਂ ਮਿੱਠਾ ਕਰਕੇ ਲਾਇਆ, ਜਿਵੇਂ ਤੁਸੀਂ ਕਹੋ ਮਹਾਰਾਜ ਇਹ ਤੁਹਾਡਾ ਹੀ ਭਾਣਾ ਹੈ, ਜੇ ਦੁੱਖ ਆਇਆ ਤੇ ਮਹਾਰਾਜ ਤੁਹਾਡਾ ਹੀ ਦਿੱਤਾ ਹੈ। ਰੱਬ ਕਾ ਕੀਆ ਜਨ ਮੀਠ ਲਗਾਨਾ, ਜਨ ਨੂੰ, ਪ੍ਰਭੂ ਦੇ ਪਿਆਰੇ ਨੂੰ ਪਰਮੇਸ਼ਰ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ। ਫਿਰ ਭਾਵੇਂ ਕੋਈ ਤੱਤੀ ਤਵੀ ਤੇ ਬਿਠਾ ਦੇਵੇ ਤਾਂ ਵੀ ਮਿੱਠਾ ਕਰਕੇ ਜਾਣਦੇ ਆ, ਫਿਰ ਭਾਵੇਂ ਸੀਸ ਤੇ ਆਰਾ ਚਲਾ ਦੇਵੇ ਕੋਈ ਤਾਂ ਵੀ ਮਿੱਠਾ ਕਰਕੇ ਜਾਣਦੇ ਆ, ਤੇ ਫਿਰ ਭਾਵੇਂ ਕੋਈ ਬੰਦ ਕੱਟ ਦੇਵੇ ਤਾਂ ਵੀ ਉਹ ਮਿੱਠਾ ਕਰਕੇ ਜਾਣਦੇ ਪਰਮੇਸ਼ਰ ਦਾ ਭਾਣਾ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਸਤਿਗੁਰ ਕਹਿੰਦੇ ਆ ਭਾਈ ਉਹ ਗੁਰਮੁਖਾਂ ਨੂੰ ਜੈਸਾ ਸਾ, ਜਿਹੋ ਜਿਹਾ ਦ੍ਰਿਸ਼ਟਾਨਾ ਵੇਖਣ ਵਿੱਚ ਆਇਆ ਉਵੇਂ ਦਾ ਹੀ ਉਹ ਦ੍ਰਿਸ਼ਟਾਨਾ ਵੇਖਦੇ ਹਨ। ਜਿਹੋ ਜਿਹਾ ਪਰਮੇਸ਼ਰ ਉਹਨਾਂ ਨੂੰ ਵਿਖਾਉਂਦਾ ਹੈ ਉਹੋ ਜਿਹਾ ਹੀ ਵੇਖਦੇ ਆ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਉਹੋ ਜਿਹਾ ਹੀ ਉਹ ਵੇਖਦੇ ਆ, ਅਥਵਾ ਜਿਹੋ ਜਿਹਾ ਪਰਮੇਸ਼ਰ ਉਹਨਾਂ ਨੂੰ ਦਿਖਦਾ ਹੈ ਉਵੇਂ ਦਾ ਹੀ ਉਹ ਦੇਖਦੇ ਆ, ਹੋਰ ਉਹ ਕਿਸੇ ਵੱਲ ਧਿਆਨ ਨਹੀਂ ਦਿੰਦੇ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਹੋ ਜਿਹਾ ਪਰਮੇਸ਼ਰ ਦੀ ਦ੍ਰਿਸ਼ਟੀ 'ਚ ਆਉਂਦਾ ਹੈ ਉਹੋ ਜਿਹਾ ਹੀ ਇਹ ਕਰਦੇ ਆ ਗੁਰਮੁਖ ਪਿਆਰੇ, ਉਹੋ ਜਿਹਾ ਇਹਨਾਂ ਨੂੰ ਦ੍ਰਿਸ਼ਟੀ ਵਿੱਚ ਆਉਂਦਾ ਹੈ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਹੋਏ ਸੁਖ ਨਿਧਾਨ ਉਨਹੂ ਬਨ ਆਏ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਇਹ ਪਰਮੇਸ਼ਰ ਤੋਂ ਉਪਜੇ ਹੁੰਦੇ ਆ ਸਾਰੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ, ਸਾਰਾ ਸੰਸਾਰ ਉਤੋਂ ਉਪਜਿਆ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਫਿਰ ਉਹਦੇ ਵਿੱਚ ਹੀ ਸਮਾ ਜਾਂਦੇ। ਗੁਰਮੁਖ ਪਿਆਰੇ ਪਰਮੇਸ਼ਰ ਤੋਂ ਉਪਜੇ ਹੁੰਦੇ ਆ,
ਉਹਦੇ ਵਿੱਚ ਹੀ ਸਮਾ ਜਾਂਦੇ ਆ। ਓਏ ਸੁੱਖ ਨਿਧਾਨ ਉਹਨੂੰ ਬਣ ਆਏ, ਓਏ ਸੁੱਖ ਨਿਧਾਨ, ਓਏ ਉਹ ਸਾਰਿਆਂ ਸੁੱਖਾਂ ਦਾ ਨਿਧਾਨ ਦਾ ਅਰਥ ਖਜ਼ਾਨਾ ਬ੍ਰਹਮ ਆਨੰਦ ਉਹਨਾਂ ਨੂੰ ਹੀ ਬਣ ਆਉਂਦਾ ਹੈ, ਭਾਵ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਪਰਮੇਸ਼ਰ ਨੂੰ ਸਿਮਰਦਾ ਹੈ ਉਹ ਜਿਸ ਤੇ ਉਪਜੇ ਤੇ ਸਮਾਏ ਸਮਾਏ ਉਹਦੇ ਵਿੱਚ ਹੀ ਮਿਲ ਜਾਂਦੇ ਆ। ਉਹ ਸੁੱਖ ਨਿਧਾਨ ਉਹ ਜਿਹੜੇ ਹਨ ਉਹ ਸੁੱਖ ਨਿਧਾਨ ਪਰਮੇਸ਼ਰ ਨੂੰ ਸੁੱਖਾਂ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਆ। ਉਹਨੂੰ ਬਣਾਏ ਉਹ ਪਰਮੇਸ਼ਰ ਉਹਨਾਂ ਨੂੰ ਬਣ ਆਉਂਦਾ ਹੈ, ਭਾਵ ਪਰਮੇਸ਼ਰ ਉਹਨਾਂ ਦੇ ਕੋਲ ਸਦੀਵੀ ਟਿਕ ਜਾਂਦਾ ਹੈ। ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਬਣ ਕੇ ਰਹਿ ਜਾਂਦੇ ਆ ਤੇ ਪਰਮੇਸ਼ਰ ਦੇ ਵਿੱਚ ਹੀ ਉਹ ਟਿਕੇ ਰਹਿੰਦੇ ਆ। ਆਪਸ ਕੋ ਆਪ ਦੀਨੋ ਮਾਨ, ਨਾਨਕ ਕੋ ਨਾਨਕ ਪ੍ਰਭ ਜਨ ਏਕੋ ਜਾਨ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਪਰਮੇਸ਼ਰ ਨੇ ਆਪਸ ਆਪਣੇ ਪਿਆਰ ਨੂੰ ਆਪ ਹੀ ਮਾਣ ਆਦਰ ਦਿੱਤਾ ਹੋਇਆ। ਆਪਸ ਕੋ ਆਪ ਦੀਨੋ ਮਾਨ, ਆਪਣੇ ਪਿਆਰਿਆਂ ਨੂੰ, ਗੁਰਮੁਖ ਪਿਆਰਿਆਂ ਨੂੰ ਜਿਹੜੇ ਜਪਦੇ ਆ, ਜਿਹੜੇ ਆਸ ਪਰਮੇਸ਼ਰ ਦੀ ਰੱਖਦੇ ਆ, ਜਿਹੜੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦੇ, ਇੱਕ ਵਾਹਿਗੁਰੂ ਦੇ ਉੱਤੇ, ਹੋਰ ਕਿਸੇ ਦੀ ਆਸਰਾ ਕਿਸੇ ਦੀ ਆਸ ਨਹੀਂ ਤੱਕਦੇ। ਆਪਸ ਕੋ ਆਪ ਦੀਨੋ ਮਾਨ, ਉਹ ਪਰਮੇਸ਼ਰ ਉਹਨਾਂ ਨੂੰ ਫਿਰ ਮਾਣ ਦਿੰਦਾ ਹੈ, ਮਾਣ ਸਤਿਕਾਰ ਕਰਦਾ ਹੈ ਉਹਨਾਂ ਦਾ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਇੱਕੋ ਜਾਣ। ਸਤਿਗੁਰੂ ਕਹਿੰਦੇ ਆ ਕਿ ਭਾਈ ਗੁਰਸਿੱਖੋ, ਪ੍ਰਭੂ ਤੇ ਪ੍ਰਭੂ ਦਾ ਜਨ ਜਿਹੜਾ ਇੱਕੋ ਹੀ ਜਨ, ਪ੍ਰਭੂ ਦਾ ਪਰਮੇਸ਼ਰ ਦਾ ਜਨ ਤੇ ਪਰਮੇਸ਼ਰ ਇੱਕੋ ਹੀ ਸਰੂਪ ਹਨ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ, ਜਿਉਂ ਜਲ ਹੀ ਵਿਖੇ ਸਮਾਹੇ। ਸਤਿਗੁਰੂ ਕਹਿੰਦੇ ਜਿਵੇਂ ਜਲ ਤੋਂ ਤਰੰਗ ਪੈਦਾ ਹੁੰਦੀ ਹੈ, ਇਸ ਤਰ੍ਹਾਂ ਉਸ ਪ੍ਰਭੂ ਤੋਂ, ਪ੍ਰਭੂ ਦਾ ਪਿਆਰਾ ਗੁਰਮੁਖ ਪਿਆਰਾ ਜਿਹੜਾ ਪਰਉਪਕਾਰ ਕਰਨ ਵਾਸਤੇ ਸੰਸਾਰ ਤੇ ਆਉਂਦਾ, ਉਹ ਪਰਮੇਸ਼ਰ ਦੀ ਆਸ ਲੈ ਕੇ ਆਉਂਦਾ, ਉਸ ਵਾਹਿਗੁਰੂ ਦੀ ਆਸ ਲੈ ਕੇ ਆਉਂਦਾ, ਉਸ ਪਰਮੇਸ਼ਰ ਦੇ ਸਮਰੱਥਾ ਲੈ ਕੇ ਆਉਂਦਾ, ਉਹ ਹੋਰ ਕਿਸੇ ਦੀ ਆਸ ਨਹੀਂ ਰੱਖਦਾ। ਫਿਰ ਪ੍ਰਭ ਤੇ ਜਨ ਇੱਕੋ ਜਾਣ, ਇੱਕੋ ਹੀ ਹੋ ਜਾਂਦੇ ਆ। ਉਹਨਾਂ ਨੂੰ ਗੁਰਮੁਖ ਪਿਆਰੇ ਨੂੰ ਇੱਕੋ ਹੀ ਜਾਣੋ, ਪਰਮੇਸ਼ਰ ਨੂੰ ਤੇ ਉਹਨਾਂ ਗੁਰਮੁਖ ਪਿਆਰਿਆਂ ਨੂੰ। ਭਾਈ ਸਿੱਖੋ, ਉਹਨਾਂ ਦੇ ਚਰਨਾਂ ਦੀ ਜਿਹੜੀ ਹੈ ਧੂੜ ਬਣ ਕੇ ਰਹੋ, ਉਹਨਾਂ ਦੇ ਕੋਲੋਂ ਨਾਮ ਜਪਣਾ ਸਿੱਖੋ, ਉਹਨਾਂ ਦੀ ਵਡਿਆਈ ਕਰੋ, ਉਹਨਾਂ ਦੇ ਕੋਲ ਬਹਿ ਕੇ ਬਾਣੀ ਪੜ੍ਹਿਆ ਕਰੋ, ਸਿਮਰਨ ਕਰਿਆ ਕਰੋ, ਉਹਨਾਂ ਦੇ ਕੋਲ ਬੈਠ ਕੇ ਕਥਾ ਕੀਰਤਨ ਸਰਵਣ ਕਰਿਆ ਕਰੋ, ਤਾਂ ਕਿ ਤੁਹਾਡਾ ਵੀ ਜਿਹੜਾ ਜੀਵਨ ਉਹ ਸਫਲ ਹੋ ਸਕੇ। ਸੋ ਸਤਿਗੁਰਾਂ ਨੇ ਇਸ ਪਾਵਨ 14ਵੀਂ ਅਸ਼ਟਪਦੀ ਦੇ ਅੰਦਰ ਇਹੀ ਬਖਸ਼ਿਸ਼ ਕੀਤੀ ਹੈ ਕਿ ਭਾਈ ਸਿੱਖੋ, ਆਸ ਜਿਹੜੀ ਉਹ ਪਰਮੇਸ਼ਰ ਦੇ ਉੱਤੇ ਰੱਖੋ। ਤੇ ਜਿਨ੍ਹਾਂ ਨੇ ਆਸ ਰੱਖੀ, ਜਿਨ੍ਹਾਂ ਨੇ ਵਾਹਿਗੁਰੂ ਦੇ ਉੱਤੇ ਆਸ ਰੱਖੀ, ਜਿਨ੍ਹਾਂ ਨੇ ਤੇ ਸੰਸਾਰ ਤੇ ਆਸ ਰੱਖੀ, ਉਹ ਤੇ ਛਿਣ ਭੰਗ ਗਿਆ, ਉਹ ਤੇ ਖਤਮ ਹੋ ਗਏ। ਪਰ ਜਿਨ੍ਹਾਂ ਨੇ ਆਸ ਉਸ ਪਰਮੇਸ਼ਰ ਤੇ ਰੱਖੀ, ਉਹ ਪ੍ਰਭ ਜਨ ਇੱਕੋ ਜਾਣ, ਉਹ ਪ੍ਰਭੂ ਦੇ ਜਨ ਬਣ ਗਏ। ਤੇ ਉਹਨਾਂ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ। ਜਿਹੜੇ ਪਰਮੇਸ਼ਰ ਦੇ ਪਿਆਰੇ ਹੋ ਜਾਂਦੇ ਆ, ਜਿਹੜੇ ਵਾਹਿਗੁਰੂ ਨੂੰ ਸਿਮਰਦੇ ਆ। ਸੋ ਸਾਧ ਸੰਗਤ, ਇੱਥੇ ਹੀ ਸਮਾਪਤੀ ਹੈ। ਜੇ ਆਪ ਜੀ ਨੇ ਕੁਝ ਪੁੱਛਣਾ ਹੈ ਤੇ ਮਾਈਕ ਔਨ ਕਰ ਲਵੋ ਤੇ ਫਿਰ ਉਪਰੰਤ ਆਪਾਂ ਸਮਾਪਤੀ ਕਰੀਏ। ਹਾਂਜੀ, ਵਾਹਿਗੁਰੂ। ਵਾਹਿਗੁਰੂ। ਠੀਕ ਹੈ ਸਾਧ ਸੰਗਤ ਜੀ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਸਮਾਂ ਕੱਢ ਕੇ ਜੁੜਦੇ ਹੋ। ਉੱਥੇ ਬੇਨਤੀ ਹੈ ਕਿ ਆਪ ਜਿੱਥੇ ਜੁੜਦੇ ਹੋ ਤੇ ਆਪਣੇ ਹੋਰਨਾਂ ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਵੀ ਜ਼ਰੂਰ ਜੋੜਿਆ ਕਰੋ, ਕਿਉਂਕਿ ਜੇ ਆਪ ਲਾਹਾ ਲੈਂਦੇ ਆ ਤੇ ਦੂਸਰਿਆਂ ਨੂੰ ਪ੍ਰੇਰਨਾ ਕਰਿਆ ਕਰੀਏ। ਸਾਡਾ ਵੀ ਕੰਮ ਹੋਕਾ ਦੇਣਾ, ਅਸਲ 'ਚ ਹਰ ਸਿੱਖ ਦਾ ਹੀ ਕੰਮ ਹੋਕਾ ਦੇਣਾ ਹੁੰਦਾ। ਜਿਹੜਾ ਜਪਣ ਵਾਲਾ ਹੁੰਦਾ ਨਾ, ਜਿਹੜਾ ਗੁਰੂ ਨਾਲ ਪਿਆਰ ਕਰਨ ਵਾਲਾ ਹੁੰਦਾ, ਉਹਦਾ ਕੰਮ ਹੋਕਾ ਦੇਣਾ ਹੁੰਦਾ, ਕਿਉਂਕਿ ਹਰ ਸਿੱਖ ਆਪਣੇ ਆਪ ਦੇ ਵਿੱਚ ਪ੍ਰਚਾਰਕ ਸਤਿਗੁਰਾਂ ਨੇ ਬਣਾਇਆ। ਤੇ ਇਸ ਕਰਕੇ ਹੋਕਾ ਜ਼ਰੂਰ ਦਿਆ ਕਰੋ, ਹਰ ਕਿਸੇ ਨੂੰ ਜ਼ਰੂਰ ਲਿੰਕ ਵੀ ਸ਼ੇਅਰ ਕਰਿਆ ਕਰੋ, ਆਪ ਵੀ ਪਰਸਨਲ ਕਿਹਾ ਕਰੋ, ਭਾਈ ਸਮੇਂ 'ਚ ਸਮਾਂ ਕੱਢ ਕੇ ਕੋਈ ਨਾ ਕੋਈ ਬੋਲ ਦੇ ਕੰਨ ਵਿੱਚ ਪਵੇਗਾ, ਕੁਛ ਨਾ ਕੁਛ ਤੇ ਪ੍ਰਾਪਤ ਹੋਵੇਗਾ ਹੀ। ਜੇ ਨਹੀਂ ਗੁਰਬਾਣੀ ਦੀ ਪੂਰੀ ਸਮਝ ਲੱਗਦੀ, ਕੋਈ ਇੱਕ ਅੱਖਰ ਤੋਂ ਹੀ ਬੰਦਾ ਬੜਾ ਕੁਝ ਸਿੱਖ ਜਾਂਦਾ। ਇਸ ਕਰਕੇ ਜ਼ਰੂਰ ਜਿੱਥੇ ਆਪ ਜੁੜਦੇ ਹੋ ਉੱਥੇ ਹੋਰਨਾਂ ਨੂੰ ਪ੍ਰੇਰਨਾ ਕਰਿਆ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।